जुगनी वेखण चली तेस वे जिते जमे सी कदे वेद वे जिथों कढिया सी अंग्रेज की बनया उसदा की बनया उसदा हाल केड़े कीते उस कमाल वीर मेरे आवे जुगनी वीर मेरे आवे जुगनी कहंदी आ एक राह नवें अज पैंदी आ। पंजाब दी तां तुसीं कह लो इहदी हर कणी दे विच संगीत है। लगदा कि अज दा संगीत जिहड़ा आ ਉਹਦੇ ਵਿੱਚ ਪੰਜਾਬੀਅਤ ਦੇ ਨਾਮ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਵੀ ਪਰੋਸਿਆ ਜਾ ਰਿਹਾ ਜਿਹੜਾ ਸ਼ਾਇਦ ਉਹ ਪੰਜਾਬੀ ਸੰਗੀਤ ਤੋਂ ਤਾਂ ਬਹੁਤ ਪਰੇ ਦੂਰ ਜਾ ਕੇ ਖੜਦਾ ਹੈ। ਪੰਜਾਬੀ ਮਿਊਜ਼ਿਕ ਦੇ ਵਿੱਚ ਜਿਸ ਕਿਸਮ ਦਾ ਮਜ਼ਮੂਨ ਅਸੀਂ ਇਸ ਵੇਲੇ ਵੇਖ ਰਹੇ ਹਾਂ ਉਹ ਪੰਜਾਬ ਦੇ ਤਵਾਰੀਖੀ ਕਿਰਦਾਰ ਦੇ ਨਾਲ ਇਨਸਾਫ ਨਹੀਂ ਕਰਦਾ। ਜਿਨ੍ਹਾਂ ਪੰਜਾਬੀਅਤ ਦਾ ਤਸੱਵਰ ਐਕਸਟੈਂਡ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦਾ ਕਲਾਮ ਕਾਰਗਰ ਹੈ, ਮੇਰੇ ਖਿਆਲ ਨਾਲ ਅਸੀਂ ਉਸ ਦੇ ਨਾਲ ਪੂਰਾ ਇਨਸਾਫ ਨਹੀਂ ਕੀਤਾ। ਕਦੇ ਆਪਣੇ ਆਸ-ਪਾਸ ਵੱਲ ਝਾਤ ਮਾਰ ਕੇ ਕਦੇ ਉਹਦੇ ਨਾਲ ਇੰਗੇਜ ਕਰਕੇ ਆਪਾਂ ਪੰਜਾਬੀ ਗਾਣੇ ਸਿਰਜੇ ਹੋਣ, ਪੰਜਾਬੀ ਕਲਾ ਘੜੀ ਹੋਵੇ। ਨਾ ਮੈਂ ਰਹਿੰਦਾ ਭੰਗ ਸ਼ਰਾਬਾਂ ਨਾ ਮੈਂ ਰਹਿੰਦਾ ਮਸਤ ਖਰਾਬਾਂ ਨਾ ਮੈਂ ਸ਼ਾਦੀ ਨਾ ਗਮ ਨਾ ਕੀ ਨਾ ਮੈਂ ਵਿੱਚ ਪਲੀਤੀ ਪਾਕੀ ਨਾ ਮੈਂ ਬਿਨਾ ਮੈਂ ਖਾਕੀ ਨਾ ਮੈਂ ਆਤਸ਼ ਨਾ ਮੈਂ ਪੌਣ ਵੇ ਬੁੱਲਾ ਕੀ ਜਾਣਾ ਮੈਂ ਕੌਣ ਵੇ ਬੁੱਲਾ ਕੀ ਜਾਣਾ ਮੈਂ ਮੈਂ ਜਿਹੜਾ ਪੰਜਾਬੀ ਸੱਭਿਆਚਾਰ ਤੋਂ ਸਿੱਖਿਆ ਇੱਕ ਗੱਲ ਇਸ ਦੇ ਵਿੱਚ ਇੱਕ ਬਗਾਵਤ ਦਾ ਇੱਕ ਕਰੰਟ ਹੈ, ਉਹ ਲਗਾਤਾਰ ਹੈ। ਅੱਜ ਦੀ ਜਵਾਨੀ ਦੇ ਬੁੱਲਾਂ ਤੇ ਜਿਹੜੇ ਗੀਤ ਦੌੜਦੇ ਪਿਆ ਪੰਜਾਬ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆਉਂਦਾ? ਵੰਡ ਤੋਂ ਪਹਿਲਾਂ ਦਾ ਜਿਹੜਾ ਪੰਜਾਬੀ ਮਿਊਜ਼ਿਕ ਹੈ ਲਾਹੌਰ ਦੀ ਇੰਡਸਟਰੀ ਦਾ ਸੁਣਦੇ ਹਾਂ, ਉਸ ਨੂੰ ਜਦੋਂ ਸੁਣੀਦਾ ਤਾਂ ਉਸ ਦੇ ਵਿੱਚ ਕਲੀਅਰ ਦਿਸਦਾ ਕਿ ਪੰਜਾਬ ਦਾ ਜਿਹੜਾ ਤਸੱਵਰ ਸੀ ਬੜਾ ਵਿਸ਼ਾਲ ਤਸੱਵਰ ਸੀ। ਕਿਤੇ ਨਾ ਕਿਤੇ ਪੰਜਾਬ ਦੀ ਰੂਹ ਸਲਵੱਟੇ ਲੈ ਰਹੀ ਹੈ, ਕੋਈ ਨਾ ਕੋਈ ਨਵੀਂ ਗੱਲ ਕੋਈ ਨਾ ਕੋਈ ਇੱਕ ਹੋਰ ਨਵੀਂ ਕੋਈ ਰੌਸ਼ਨੀ ਨੁਮਾਇਆ ਹੋਵੇਗੀ। ਸੰਗੀਤ ਪੰਜਾਬੀਆਂ ਦੀ ਰੂਹ ਦੇ ਵਿੱਚ ਰਮਿਆ ਹੋਇਆ ਹੈ, ਜਨਮ ਤੋਂ ਲੈ ਕੇ ਮਰਨ ਤੱਕ। ਕੋਈ ਉਹ ਮੌਕਾ ਉਹ ਪਲ ਨਹੀਂ ਹੁੰਦਾ ਜਦੋਂ ਸਾਡੇ ਨਾਲ ਸੰਗੀਤ ਨਹੀਂ ਵਿਚਰਦਾ। ਔਰ ਇਹੀ ਸੰਗੀਤ ਕਈ ਰੰਗਾਂ ਕਈ ਰਾਗਾਂ ਅਤੇ ਕਈ ਰੂਪਾਂ ਦੇ ਵਿੱਚ ਸਾਡਾ ਮਨੋਰੰਜਨ ਵੀ ਕਰਦਾ ਆ, ਸਾਡੀ ਅਭਿਵਿਅਕਤੀ ਵੀ ਕਰਦਾ ਆ। ਪਰ ਅੱਜ ਜਦੋਂ ਅਸੀਂ ਸੰਗੀਤ ਦੀ ਗੱਲ ਕਰਦੇ ਹਾਂ ਤਾਂ ਸੁਰ ਦੇ ਨਾਲੋਂ ਸ਼ੋਰ ਇਸ ਸੰਗੀਤ 'ਚੋਂ ਸਾਨੂੰ ਬਹੁਤਾ ਨਜ਼ਰ ਆਉਂਦਾ। ਪਰ ਇੱਕ ਆਵਾਜ਼ ਇਸ ਦੌਰ ਦੇ ਵਿੱਚ ਵੀ ਇਹੋ ਜਿਹੀ ਹੈ ਜਿਹੜੀ ਕਹਿ ਸਕਦੇ ਹਾਂ ਕਿ ਜਦੋਂ ਗੂੰਜਦੀ ਹੈ ਤੇ ਮਾਂ ਦੀ ਲੋਰੀ ਵਰਗਾ ਅਨੁਭਵ ਸਾਨੂੰ ਕਰਵਾਉਂਦੀ ਹੈ। ਜਦੋਂ ਪੰਜਾਬ ਦੀ ਬਾਤ ਪਾਉਂਦੀ ਹੈ ਤੇ ਇੰਜ ਲੱਗਦਾ ਹੈ ਕਿ ਹੂਕ ਦਿਲ ਦੇ ਵਿੱਚੋਂ ਨਿਕਲੀ ਹੈ ਤੇ ਸੁਣਨ ਵਾਲੇ ਦੇ ਕੰਨਾਂ ਦੇ ਰਾਹੀਂ ਦਿਲ ਦੇ ਵਿੱਚ ਹੀ ਉਤਰ ਜਾਏਗੀ। ਉਹ ਆਵਾਜ਼ ਹੈ ਰਬੀ ਸ਼ੇਰਗਿੱਲ ਦੀ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਟੀਵੀ ਪੰਜਾਬ ਤੇ ਰਬੀ ਸ਼ੇਰਗਿੱਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਕਹਿੰਦੇ ਜੀ। ਬਹੁਤ ਬਹੁਤ ਸ਼ੁਕਰੀਆ ਰਬੀ ਜੀ। ਵੈਸੇ ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਸੰਗੀਤ ਦੀ ਗਾਇਕੀ ਦੀ ਅੱਜ ਦੇ ਦੌਰ ਦੀ ਗਾਇਕੀ ਦੀ ਤੇ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਪਰ ਜਦੋਂ ਮੈਂ ਤੁਹਾਡੀ ਸ਼ੈਲੀ ਦੇਖਦਾ ਹਾਂ ਤੁਹਾਡੀ ਗਾਇਕੀ ਦੇਖਦਾ ਹਾਂ ਤੇ ਮੈਨੂੰ ਲੱਗਦਾ ਕਿ ਰਬੀ ਸ਼ੇਰਗਿੱਲ ਗਾਇਕ ਕਲਾਕਾਰ ਜਾਂ ਸਾਜਿੰਦਾ ਘੱਟ ਹੈ, ਇੱਕ ਫਿਲਾਸਫਰ ਬਹੁਤਾ ਨਜ਼ਰ ਆਉਂਦਾ ਕਿਉਂਕਿ ਉਹਦੇ ਗੀਤਾਂ ਦੇ ਵਿੱਚੋਂ ਵੀ ਉਹਦੀ ਅਦਾਇਗੀ ਦੇ ਵਿੱਚੋਂ ਵੀ ਇੱਕ ਫਲਸਫਾ ਝਲਕਦਾ ਤੇ ਕਹਿ ਸਕਦੇ ਕਿ ਸੁਣਦਾ ਨਜ਼ਰ ਆਉਂਦਾ। ਜਿਸ ਤਰ੍ਹਾਂ ਤੁਸੀਂ ਆਖਿਆ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿ ਪੰਜਾਬ ਦੀ ਤਾਂ ਤੁਸੀਂ ਕਹਿ ਲਓ ਇਹਦੀ ਹਰ ਕਣੀ ਦੇ ਵਿੱਚ ਸੰਗੀਤ ਹੈ ਜੀ, ਔਰ ਮੈਨੂੰ ਪੰਜਾਬੀ ਸੰਗੀਤ ਦੀ ਜਿਹੜੀ ਚੰਗੀ ਗੱਲ ਲੱਗਦੀ ਹੈ ਕਿ ਇਹ ਬਹੁਤਾ ਇੱਕ ਲੋਕ ਸੰਗੀਤ ਹੈ। ਲੋਕ ਸੰਗੀਤ ਦੇ ਵਿੱਚ ਕਲਾਸੀਕਲ ਮਿਊਜ਼ਿਕ ਵਾਲੀ
ਕਈ ਵਾਰ ਪੋਲਿਸ਼ ਘੱਟ ਹੋਵੇਗੀ, ਪਰ ਉਸ ਦੇ ਵਿੱਚ ਜਜ਼ਬਾ ਜ਼ਿਆਦਾ ਹੁੰਦਾ, ਉਹ ਜ਼ਮੀਨ ਦੇ ਜ਼ਿਆਦਾ ਕੋਲ ਹੈ। ਸੋ ਜਿਹੜਾ ਪੰਜਾਬੀ ਮਿਊਜ਼ਿਕ ਹੈ, ਬੇਸਿਕਲੀ ਜਿਹੜਾ ਇਹ ਪੰਜਾਬੀ ਲੋਕ ਮਿਊਜ਼ਿਕ ਹੈ। ਔਰ ਮੈਨੂੰ ਇਉਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਪੰਜਾਬ ਦਾ ਸ਼ਹਿਰ ਜਾਂ ਜਿਹੜਾ ਨਵਾਂ ਜਦੀਦੀ ਸ਼ਹਿਰ ਹੈ, ਇਸ ਦਾ ਇੱਕ ਦਸਤਾਵੇਜ਼ੀ ਕਲਾਕਾਰ ਮੰਨਦਾ। ਔਰ ਜਿਵੇਂ ਤੁਸੀਂ ਆਖਿਆ ਕਿ ਕਿਉਂਕਿ ਮਿਊਜ਼ਿਕ ਪੰਜਾਬ ਦੇ ਵਿੱਚ ਵੈਸੇ ਹੀ ਹੈ ਵੇ, ਇਹ ਉਸੇ ਤਰ੍ਹਾਂ ਹੈ ਵੇ ਜਿਵੇਂ ਅਸੀਂ ਗੱਲ ਕਰਨ ਲੱਗਿਆਂ ਕੋਈ ਮੁਹਾਵਰਾ ਵਰਤਦੇ ਹਾਂ। ਸੋ ਇੱਕ ਸੰਗੀਤਕਾਰ ਕਿਸੇ ਪੰਜਾਬੀ ਵਾਸਤੇ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਪਰ ਮੈਂ ਆਪਣੇ ਆਪ ਨੂੰ, ਜਿਵੇਂ ਤੁਸੀਂ ਆਖਿਆ, ਮੈਂ ਆਪਣੇ ਆਪ, ਤੁਸੀਂ ਤਾਂ ਮੈਨੂੰ ਖੈਰ ਫਿਲੋਸਫਰ ਆਖਤਾ, ਮੈਂ ਨਹੀਂ ਲੱਗਦਾ ਕਿ ਮੈਂ ਇਸ ਦੇ ਲਾਇਕ ਹਾਂ। ਮੈਂ ਆਪਣੇ ਆਪ ਨੂੰ ਇੱਕ ਦਸਤਾਵੇਜ਼ੀ ਕਲਾਕਾਰ ਵਾਂਗੂ ਮੰਨਦਾ। ਮੇਰਾ ਕੰਮ ਥੋੜ੍ਹਾ ਮਿਊਜ਼ੀਕਲ ਕਲਰਕੀ ਵਾਲਾ ਹੈ ਕਿ ਮੇਰਾ ਕੰਮ ਹੈ ਆਪਣੇ ਸਮੇਂ ਦਾ ਇੱਕ ਰੂਪ ਬਿਆਨ ਕਰਨਾ, ਇੱਕ ਫੋਟੋ ਖਿੱਚਣੀ। ਮੈਂ ਨਾ ਇਸੇ ਕਰਕੇ ਇਹ ਸ਼ਬਦ ਤੁਹਾਡੇ ਲਈ ਵਰਤਿਆ ਸੀ ਕਿ ਅੱਜ ਦੇ ਦੌਰ 'ਚ ਜੇ ਕੋਈ ਮੇਰੇ ਵਰਗਾ, ਵੈਸੇ ਮੈਂ ਕਲਾਕਾਰ ਹੈ ਨਹੀਂ ਆ, ਜੇ ਮੇਰੇ ਵਰਗਾ ਕਲਾਕਾਰ ਹੋਊਗਾ ਨਾ ਅਤੇ ਉਹਦੇ ਹੱਥ ਗਿਟਾਰ ਆ ਜਾਵੇ ਨਾ, ਅਤੇ ਮੈਂ ਕੋਸ਼ਿਸ਼ ਕਰਨੀ ਆ, ਗਿਟਾਰ ਵੀ ਆ ਗਈ ਹੈ ਅਤੇ ਹੁਣ ਮੇਰਾ ਜਿਹੜਾ ਉਹ ਪਹਿਰਾਵਾ ਉਹ ਵੀ, ਅਤੇ ਮੇਰੀ ਆਵਾਜ਼, ਅੰਦਾਜ਼ ਅਤੇ ਗੀਤ ਵੀ ਉਹੀ ਗਿਟਾਰ ਵਾਲੇ ਲੋਕਾਂ ਵਰਗਾ ਹੀ ਹੋ ਜਾਵੇ। ਪਰ ਰਵੀ ਸ਼ੇਰਗਿੱਲ ਦੇ ਹੱਥ ਜਦੋਂ ਗਿਟਾਰ ਆਉਂਦੀ ਹੈ ਅਤੇ ਉਸ ਗਿਟਾਰ ਨੂੰ ਆਪਣੇ ਫਲਸਫੇ, ਆਪਣੇ ਸੰਗੀਤ, ਆਪਣੀ ਰੌ ਰੀਤ ਦੇ ਮੁਤਾਬਕ ਤੋਰਦੇ ਨਜ਼ਰ ਆਉਂਦੇ ਆ। ਇਹ ਕੰਬੀਨੇਸ਼ਨ ਜਿਹੜਾ ਆ ਉਹ ਫਿਊਜ਼ਨ ਵੀ ਇਹਨੂੰ ਕਈ ਵਾਰੀ ਕਹਿ ਲੈਂਦੇ ਆ ਤੁਸੀਂ, ਪਰ ਉਹ ਫਿਊਜ਼ਨ ਦੇ ਨਾਲੋਂ ਮੈਨੂੰ ਲੱਗਦਾ ਕਿ ਕਿਤੇ ਅੱਗੇ ਵੱਧ ਕੇ ਉਹ ਕੰਮ ਕਿਹਾ ਜਾ ਸਕਦਾ ਹੈ। ਪੰਜਾਬ ਜਿਹੜਾ ਉਹ ਦਰਅਸਲ ਉਹ ਵੱਖੋ ਵੱਖ ਰੁਝੇਵਿਆਂ ਦਾ ਮੁਜੱਸਮਾ ਹੈ ਜੀ। ਇਹ ਪੰਜਾਬੀਆਂ ਦੀ ਤਰਬੀਅਤ ਹੈ, ਕਿਉਂਕਿ ਇੱਕ ਪਾਸੇ ਸਾਡੇ ਜਮਨਾ ਪਾਰ ਵਾਲੀ ਹਿੰਦਵੀ ਸੰਸਕ੍ਰਿਤੀ ਹੈ ਅਤੇ ਦੂਜੇ ਪਾਸੇ ਸਿੰਧ ਪਾਰ ਸਾਡੇ ਕੋਲ ਪਸ਼ਤਵੀ ਜਾਂ ਕਹਿ ਲਓ ਇਰਾਨੀ ਸੰਸਕ੍ਰਿਤੀ ਹੈ। ਅਸੀਂ ਇਹਨਾਂ ਦੋਵਾਂ ਦੇ ਵਿਚਕਾਰ ਖੇਡਦੇ ਰਹੇ ਹਾਂ ਤਵਾਰੀਖੀ ਤੌਰ 'ਤੇ। ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਇਹਨਾਂ ਬਜਾਏ ਇਸ ਦੇ ਕਿ ਅਸੀਂ ਇਹਨਾਂ ਵੱਖੋ ਵੱਖ ਰੁਝਾਨਾਂ ਨੂੰ ਇਕੱਠਾ ਗੁੰਨੀਏ। ਸੋ ਆਹ ਇੱਕ ਮੇਰੇ ਖਿਆਲ ਨਾਲ ਇੱਕ ਪੰਜਾਬੀ ਸੰਸਕ੍ਰਿਤੀ ਦਾ, ਪੰਜਾਬੀ ਸੱਭਿਆਚਾਰ ਦਾ ਗੁਣ ਹੀ ਹੈ ਵੇ। ਔਰ ਮੈਂ ਵੀ ਇਸ ਤੋਂ ਵੱਖਰਾ ਨਹੀਂ ਹਾਂ, ਮੈਂ ਇਹੋ ਕਰਦਾ ਰਿਹਾ। ਮੈਨੂੰ ਲੱਗਦਾ ਕਿ ਪੰਜਾਬੀਅਤ ਦੇ ਵਿੱਚ ਵੱਖੋ ਵੱਖ ਰੁਝਾਨਾਂ ਨੂੰ ਇਕੱਠਾ ਕਰਨ ਦੀ ਇੱਕ ਉਹਦੇ ਵਿੱਚ ਅੰਦਰੋਂ ਇੱਕ ਹੁੱਲ ਹੈ, ਉਹਦੇ ਵਿੱਚ ਇੱਕ ਜਜ਼ਬਾ। ਮੈਂ ਨਾ ਤੁਹਾਡਾ ਭਾਸ਼ਣ ਸੁਣ ਰਿਹਾ ਸੀ, ਉਹਨੂੰ ਭਾਸ਼ਣ ਵੀ ਕਹਿ ਸਕਦੇ ਹਾਂ, ਉਹ ਇੱਕ ਦਿਸ਼ਾ ਪ੍ਰਦਾਨ ਕਰਨ ਦਾ ਪ੍ਰਵਚਨ ਵੀ ਕਹਿ ਸਕਦੇ ਹਾਂ ਪੰਜਾਬੀ ਭਾਸ਼ਾ ਨੂੰ ਲੈ ਕੇ। ਅਤੇ ਪੰਜਾਬੀ ਮੁਹਾਂਦਰੇ ਦੀ ਗੱਲ ਕਰਦੇ ਹਾਂ ਤੁਸੀਂ, ਪੰਜਾਬੀ ਸਹਿਜ ਸੁਭਾਅ ਦੀ ਗੱਲ ਕਰਦੇ ਹਾਂ, ਔਰ ਸੰਗੀਤ ਦੀ ਖਾਸ ਤੌਰ 'ਤੇ ਉਹਦੇ ਵਿੱਚ ਗੱਲ ਕਰਦੇ ਹਾਂ। ਕਿਹਾ ਕਿ ਹੁਣ ਪਤਾ ਨਹੀਂ ਕਿ ਉਹ ਪੰਚਮ ਸੁਰ ਜਿਹੜਾ ਉਹ ਬੜਾ ਹਾਵੀ ਹੋ ਗਿਆ ਸਾਡੇ 'ਤੇ। ਸਾਨੂੰ ਲੱਗਦਾ ਕਿ ਪੰਚਮ 'ਚ ਜੇ ਗਾਵਾਂਗੇ ਤਾਂ ਫੇਰ ਹੀ ਸ਼ਾਇਦ ਲੱਗਦਾ ਕਿ ਅਸੀਂ ਪੰਜਾਬੀ ਗਾਉਂਦੇ ਆ। ਪਰ ਤੁਹਾਡਾ ਪੰਚਮ ਵੀ ਜਿਹੜਾ ਉਹ ਪੰਚਮ ਵਾਂਗ, ਆਮ ਪੰਚਮ ਵਾਂਗ ਨਹੀਂ ਲੱਗਦਾ, ਉਹਦੇ ਵਿੱਚ ਵੀ ਇੱਕ ਸਹਿਜਤਾ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਲੱਗਦਾ ਕਿ ਅੱਜ ਦਾ ਸੰਗੀਤ ਜਿਹੜਾ ਆ ਉਹਦੇ ਵਿੱਚ ਪੰਜਾਬੀਅਤ ਦੇ ਨਾਮ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਵੀ ਪਰੋਸਿਆ ਜਾ ਰਿਹਾ ਜਿਹੜਾ ਸ਼ਾਇਦ ਉਹ ਪੰਜਾਬੀ ਸੰਗੀਤ ਤੋਂ ਤਾਂ ਬਹੁਤ ਪਰੇ ਦੂਰ ਜਾ ਕੇ ਖੜਦਾ ਹੈ। ਦੇਖੋ ਜੀ, ਸਭ ਤੋਂ ਜਿਹੜਾ ਪੰਜਾਬੀ ਮਿਊਜ਼ਿਕ ਦੀ ਇਸ ਵੇਲੇ ਦਿੱਕਤ ਹੈ ਉਹਦੀ ਜਿਹੜੀ ਪ੍ਰਿਸ਼ਠ ਭੂਮੀ ਹੈ, ਉਹਦੀ ਜਿਹੜੀ ਬੈਕਗਰਾਊਂਡ ਹੈ, ਜਿਹੜਾ ਉਹਦੀ ਮਿਊਜ਼ੀਕਲ ਬੈਕਗਰਾਊਂਡ ਹੈ, ਉਹ ਹਿਪ ਹੌਪ ਮਿਊਜ਼ਿਕ ਹੈ। ਹਿਪ ਹੌਪ ਮਿਊਜ਼ਿਕ ਕਾਲਿਆਂ ਦਾ ਮਿਊਜ਼ਿਕ ਹੈ, ਅਮਰੀਕਨ, ਜਿਨ੍ਹਾਂ ਨੇ ਉੱਥੇ ਬੜੀ ਤਰੱਦਦ ਤੋਂ ਬਾਅਦ, ਬੜੀ ਜੱਦੋ-ਜਹਿਦ ਤੋਂ ਬਾਅਦ ਇੱਕ ਕੋਈ ਸਮਾਜਿਕ ਮਿਆਰ ਹਾਸਲ ਕੀਤਾ। ਉਸ ਦੇ ਵਿੱਚ ਉਹ ਅੰਡਰਡੌਗ ਨੇ, ਉਹ ਮਾੜੀ ਧਿਰ ਹੈ, ਉਹ ਕਮਜ਼ੋਰ ਧਿਰ ਹੈ, ਅਤੇ ਦੂਸਰੀ ਜਿਹੜੀ ਹੈ ਗੋਰੇ ਆਦਮੀ ਦੀ, ਉਹ ਇੱਕ ਵੱਡੀ ਇੱਕ ਦੂਸਰੀ ਚੰਗੀ ਨਸਲ ਵਾਂਗੂ ਇੱਕ ਮਜ਼ਬੂਤ ਧਿਰ ਹੈ। ਸੋ ਹਿਪ ਹੌਪ ਮਿਊਜ਼ਿਕ ਇੱਕ ਕਮਜ਼ੋਰ ਧਿਰ ਦਾ ਮਿਊਜ਼ਿਕ ਹੈ। ਪਰ ਜਦੋਂ ਆਪਾਂ ਇੱਥੇ ਉਸ ਮਿਊਜ਼ਿਕ ਨੂੰ ਅਪਣਾਉਂਦੇ ਹਾਂ ਔਰ ਉੱਥੇ ਇੱਕ ਜਿਹੜੀ ਪਹਿਲਾਂ ਹੀ ਮਜ਼ਬੂਤ ਧਿਰ ਹੈ, ਉਸ ਦੀ ਚੌਧਰ ਨੂੰ ਹੋਰ ਪੱਕਾ ਕਰਨ ਵਾਸਤੇ ਵਰਤਦੇ ਹਾਂ, ਅਤੇ ਮੈਨੂੰ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ। ਔਰ ਦੂਸਰੀ ਗੱਲ, ਪੰਜਾਬੀ ਮਿਊਜ਼ਿਕ ਦੇ ਵਿੱਚ ਜਿਸ ਕਿਸਮ ਦਾ ਮਜ਼ਮੂਨ ਅਸੀਂ ਇਸ ਵੇਲੇ ਵੇਖ ਰਹੇ ਹਾਂ, ਉਹ ਪੰਜਾਬ ਦੇ ਤਵਾਰੀਖੀ ਕਿਰਦਾਰ ਦੇ ਨਾਲ ਇਨਸਾਫ ਨਹੀਂ ਕਰਦਾ। ਪੰਜਾਬ ਦਾ ਤਵਾਰੀਖੀ ਕਿਰਦਾਰ, ਉਸ ਦੇ ਵਿੱਚ ਬਾਬਾ ਫਰੀਦ ਹੈ ਸਭ ਤੋਂ ਪਹਿਲਾਂ। ਸਾਡਾ ਜਿਹੜਾ ਨੀਂਹ ਪੱਥਰ ਹੈ ਉਹ ਬਾਬਾ ਫਰੀਦ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ।
ਗੁਰੂ ਨਾਨਕ ਦਾ ਜੇ ਕੋਈ ਸਭ ਤੋਂ ਵੱਡਾ ਯੋਗਦਾਨ ਹੈ ਵੇ ਉਹ ਸਾਡੀਆਂ ਸਰਹੱਦਾਂ ਮਿਟਾਉਣ ਦਾ ਹੈ। ਉਹ ਜਿਹੜਾ ਸਾਡੀ ਨਜ਼ਰ ਦਾ ਦਿਸਹੱਦਾ ਹੈ ਉਸ ਨੂੰ ਅੱਗੇ ਕਰਨ ਦਾ ਹੈ। ਜਿੰਨਾ ਪੰਜਾਬੀਅਤ ਦਾ ਤਸੱਵਰ ਐਕਸਟੈਂਡ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦਾ ਕਲਾਮ ਕਾਰਗਰ ਹੈ। ਮੇਰੇ ਖਿਆਲ ਨਾਲ ਅਸੀਂ ਉਸ ਦੇ ਨਾਲ ਪੂਰਾ ਇਨਸਾਫ ਨਹੀਂ ਕੀਤਾ। ਉਹਦੀ ਪੈੜਾਂ 'ਚ ਅਸੀਂ ਤੁਰ ਕੇ ਹੋ ਸਕਦਾ ਸੀ ਹੋਰ ਨਵੇਂ ਕਿਸਮ ਦਾ ਕੋਈ ਕਲਾਮ ਸਿਰਜਦੇ, ਪਰ ਪੰਜਾਬ ਨੇ ਲੈ ਦੇ ਕੇ ਇੱਕ ਪੇਂਡੂ ਪੰਜਾਬ ਦਾ ਤਸੱਵਰ ਹੀ ਬਾਰ-ਬਾਰ ਘੜਿਆ ਹੈ ਜੀ। 47 ਤੋਂ ਬਾਅਦ ਜਦੋਂ ਅਸੀਂ ਮੇਰੇ ਖਿਆਲ ਨਾਲ ਆਪਣੀ ਰਾਜਧਾਨੀ ਗਵਾਤੀ, ਉਸ ਤੋਂ ਉਹ ਇੱਕ ਬੜੀ ਵੱਡੀ ਸਾਡੇ ਵਾਸਤੇ ਸੱਟ ਸੀ। ਪਤਾ ਨਹੀਂ ਸ਼ਾਇਦ ਉਸ ਕਰਕੇ ਜਾਂ ਕਿਵੇਂ, ਪਰ ਅਸੀਂ ਉਸ ਤੋਂ ਬਾਅਦ ਪੰਜਾਬੀ ਪਿੰਡ ਨੂੰ ਫੈਟਿਸ਼ਾਈਜ਼ ਕਰਨਾ ਸ਼ੁਰੂ ਕਰਤਾ ਜੀ। ਉਹਦੇ ਵਿੱਚ ਉਸ ਨੂੰ ਇੱਕ ਕੋਈ ਜੀਵੰਤ ਕੋਈ ਵੰਨਗੀ ਵਾਂਗੂ ਨਾ ਸਮਝ ਕੇ ਉਸ ਨੂੰ ਇੱਕ ਦੀਵਾਰ 'ਤੇ ਟੰਗਣ ਦੀ ਫੋਟੋ ਬਣਾ ਕੇ ਅਸੀਂ ਰੱਖਤਾ, ਔਰ ਅਸੀਂ ਘੜੀ ਮੁੜੀ ਉਹੀ ਚੀਜ਼ ਕਰੀ ਜਾਂਦੇ ਹਾਂ। ਇਹਦਾ ਸਭ ਤੋਂ ਅਜੀਬੋ-ਗਰੀਬ ਨਮੂਨਾ ਜਿਹੜਾ ਮੈਂ ਸਮਝਦਾ ਉਹ ਬੜਾ ਇੱਕ ਮਕਬੂਲ ਗੀਤ ਹੈ ਪੰਜਾਬੀ ਦੇ ਵਿੱਚ, ਘਰ ਜਿਹੜਾ ਕਿ ਸ਼ਾਇਦ 2000 ਜਾਂ 21ਵੀਂ ਸਦੀ ਦੇ ਸ਼ੁਰੂਆਤੀ ਦੌਰ 'ਚ ਆਇਆ ਸੀ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਉਹਦੇ ਵਿੱਚ ਗੀਤ ਬੜਾ ਮਕਬੂਲ ਸੀ ਉਹ, ਪਰ ਉਹ ਕਈ ਪਹਿਲੂਆਂ ਦੇ ਮੁਤਾਬਕ ਉਹ ਹਾਸੋਹੀਣਾ ਸੀ ਕਿ UK ਦੇ ਵਿੱਚ ਬੈਠੇ ਬੰਦੇ ਨੂੰ ਅਜੇ ਘਰ ਦੀ ਸ਼ਰਾਬ ਦੀ ਲੋੜ ਹੈ ਜੀ। ਕਦੇ ਆਪਣੇ ਆਸ-ਪਾਸ ਵੱਲ ਝਾਤ ਮਾਰ ਕੇ, ਕਦੇ ਉਹਦੇ ਨਾਲ ਇੰਗੇਜ ਕਰਕੇ ਆਪਾਂ ਪੰਜਾਬੀ ਗਾਣੇ ਸਿਰਜੇ ਹੋਣ, ਪੰਜਾਬੀ ਕਲਾ ਘੜੀ ਹੋਵੇ, ਇਹ ਘੱਟ ਦਿਸਦੀ ਹੈ, ਬਜਾਏ ਇਸ ਦੇ ਕਿ ਇੱਕ ਪੰਜਾਬੀ ਸੰਗੀਤ ਦਾ ਪੁਰਾਣਾ ਕੋਈ ਇੱਕ ਰੂਪ ਲੈ ਕੇ ਉਸੇ ਨੂੰ ਨਵੇਂ ਸਿਰਿਓਂ ਉਸੀ ਨੂੰ ਰੀਵੈਂਪ ਕਰਕੇ ਪੇਸ਼ ਕਰਨਾ। ਇਸ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਕਿਸਮ ਦਾ ਜ਼ਹਿਨੀ ਦਲਿੱਦਰ ਹੈ, ਔਰ ਉਹ ਜ਼ਹਿਨੀ ਦਲਿੱਦਰ ਅਸੀਂ ਮਿਊਜ਼ਿਕ ਦੇ ਵਿੱਚ ਵੇਖਦੇ ਰਹੇ ਹਾਂ ਆਮ ਤੌਰ 'ਤੇ। ਅੱਜ ਵੀ ਪੰਜਾਬੀ ਮਿਊਜ਼ਿਕ ਜਿਹੜਾ ਹੈ ਉਹ ਉਸਦੀ ਜਿਹੜੀ ਮੇਰੇ ਬੜੇ ਮਿੱਤਰ ਨੇ ਜਿਹੜੇ ਪੰਜਾਬੀ ਦਾ ਮਿਊਜ਼ਿਕ ਪ੍ਰੋਡਿਊਸ ਕਰਦੇ ਨੇ, ਬੜੇ ਮਸ਼ਹੂਰ ਨੇ, ਬੜਾ ਉਹਨਾਂ ਦਾ ਕੰਮ ਹੈ। ਉਹਨਾਂ ਦੇ ਨਾਲ ਜਦੋਂ ਗੱਲਾਂ ਹੁੰਦੀਆਂ ਨੇ ਉਹ ਕਹਿੰਦੇ ਨੇ ਯਾਰ ਸਾਡੇ ਕੋਲ 15 ਧੁਨਾਂ ਦਾ ਬੈਂਕ ਹੈ ਜੀ, ਬਹੁਤੀਆਂ ਕਰ ਲਈਏ ਤੇ 20 ਹੋਣਗੀਆਂ, ਸਾਰਾ ਪੰਜਾਬੀ ਮਿਊਜ਼ਿਕ ਇਸ ਦੇ ਵਿੱਚ ਕੈਦ ਹੈ। ਔਰ ਜਦੋਂ ਅਸੀਂ ਬੜੇ ਗੁਲਾਮ ਅਲੀ ਖਾਨ ਸਾਹਿਬ ਨੂੰ ਸੁਣਦੇ ਹਾਂ, ਜਦੋਂ ਅਸੀਂ ਸਲਾਮਤ ਖਾਨ ਨੂੰ ਸੁਣਦੇ ਹਾਂ, ਮੈਂ ਅੱਜ ਵੀ ਜਦੋਂ ਫਰੀਦਾ ਖਾਨਮ ਨੂੰ ਸੁਣਦੇ ਹਾਂ, ਜਾਂ ਜਿਹੜਾ ਵੰਡ ਤੋਂ ਪਹਿਲਾਂ ਦਾ ਜਿਹੜਾ ਪੰਜਾਬੀ ਮਿਊਜ਼ਿਕ ਹੈ ਲਾਹੌਰ ਦੀ ਇੰਡਸਟਰੀ ਦਾ ਸੁਣਦੇ ਹਾਂ, ਉਸ ਨੂੰ ਜਦੋਂ ਸੁਣੀਦਾ ਤਾਂ ਉਸ ਦੇ ਵਿੱਚ ਕਲੀਅਰ ਦਿਸਦਾ ਹੈ ਕਿ ਪੰਜਾਬ ਦਾ ਜਿਹੜਾ ਤਸੱਵਰ ਸੀ ਬੜਾ ਵਿਸ਼ਾਲ ਤਸੱਵਰ ਸੀ ਜੀ। ਔਰ ਉਸ ਤੋਂ ਬਾਅਦ ਜਦੋਂ ਦਾ ਜਲੰਧਰ ਦੂਰਦਰਸ਼ਨੀਕਰਨ ਹੋਇਆ ਸ਼ਾਇਦ, ਜਾਂ ਕਿਵੇਂ ਮਤਲਬ ਕਹਿ ਨਹੀਂ ਸਕਦੇ, ਪਰ ਉਸ ਦੇ ਵਿੱਚ ਫਿਰ ਬਿਲਕੁਲ ਇੱਕ ਜਟਕਾ ਪੇਂਡੂ ਗੱਲ ਨੂੰ ਹੀ ਵਧਾ ਚੜ੍ਹਾ ਕੇ ਪੇਸ਼ ਕਰਨਾ, ਇਹੋ ਪੰਜਾਬੀਅਤ ਦਾ ਸਭ ਤੋਂ ਵੱਡਾ ਇੱਕ ਸਰਵਉੱਚ ਟੀਚਾ ਮੰਨ ਲਿਆ ਗਿਆ। ਔਰ ਇਸ ਦੇ ਚਲਦੇ ਪੰਜਾਬ ਦੀ ਹੋਰ ਥਾਵਾਂ ਦਾ ਜ਼ਿਕਰ ਹੀ ਨਹੀਂ ਹੈ, ਪੰਜਾਬ ਦੇ ਹੋਰ ਲੋਕਾਂ ਦਾ ਹੀ ਜ਼ਿਕਰ ਨਹੀਂ ਹੈ। ਜੱਟ ਮੇਰੇ ਖਿਆਲ ਨਾਲ 20% ਹੋਣੇ ਪੰਜਾਬ ਦੇ, ਅਤੇ ਇੰਨੇ 30 ਹੋਣਗੇ, ਅਤੇ ਜਿਹੜਾ 70% ਹੈ ਉਸ ਦਾ ਕੋਈ ਜ਼ਿਕਰ ਨਹੀਂ ਹੈ। ਮੈਂ ਕੱਲ੍ਹ ਅੰਮ੍ਰਿਤਸਰੋਂ ਇੱਥੇ ਆਇਆ ਅਤੇ 1.5 ਘੰਟਾ ਮੈਂ ਸੁਣਦਾ ਰਿਹਾ ਮਿਊਜ਼ਿਕ, ਔਰ ਉਸ ਦੇ ਵਿੱਚ ਸਿਰਫ ਹਰ ਗਾਣੇ ਦੇ ਵਿੱਚ, ਔਰ ਮੈਂ ਜ਼ਿਮੀਂਦਾਰ ਪਰਿਵਾਰ ਤੋਂ ਹੈਗਾ, ਮੈਂ ਥੋੜ੍ਹਾ ਜ਼ਿੰਮੇਦਾਰੀ ਨਾਲ ਇਸ ਗੱਲ ਨੂੰ ਕਹਿਣਾ ਚਾਹਾਂਗਾ। ਪੰਜਾਬ ਦਾ ਜਿਹੜਾ ਜੱਟ ਸੱਭਿਆਚਾਰ ਹੈ ਉਹ ਕਬਜ਼ਾ ਕਰਨ ਵਾਲਾ ਨਹੀਂ ਹੈ ਸਾਰਾ ਜੀ, ਉਹ ਸਾਰਾ ਇਹ ਛੋਟੀਆਂ ਔਰਤ ਦਾ ਤੁਸ਼ਟੀਕਰਨ ਕਰਨ ਵਾਲਾ ਨਹੀਂ ਹੈ। ਇਹਦੇ 'ਚ ਬੜੀਆਂ ਗੱਲਾਂ ਹੋਈਆਂ ਨੇ, ਸਾਡੇ ਕੋਲ ਬੜੇ ਸਾਡੇ ਕਰਾਮਾਤੀ ਰੁਸਤਮ ਬੈਠੇ ਨੇ ਇਸ ਦੇ ਵਿੱਚ ਕਲਾ ਦੇ।
ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ। ਸੋ ਇੱਕ ਕਿਸਮ ਦਾ ਇੱਕ ਸੁੰਗੜਵਾਂ ਰੂਪ ਪੂਰੇ ਪੰਜਾਬੀ ਸੱਭਿਆਚਾਰ ਦਾ ਅਸੀਂ ਦੇਖਦੇ ਹਾਂ ਸੈਟੇਲਾਈਟ ਟੀਵੀ ਦੇ ਯੁੱਗ ਦੇ ਵਿੱਚ। ਔਰ ਇਹਨਾਂ ਸਾਰਿਆਂ ਕਾਰਨਾਂ ਕਰਕੇ ਮੈਨੂੰ ਥੋੜ੍ਹਾ ਜਿਹਾ ਤਕਲੀਫ ਹੁੰਦੀ ਸੀ। ਮੈਂ ਆਪਣੀ ਹੋਂਦ ਦੇ ਵਿੱਚ ਪੰਜਾਬ ਦਾ ਇੱਕ ਕਿਰਦਾਰ ਵੇਖਦਾ ਸਭ ਤੋਂ ਜ਼ਿਆਦਾ। ਮੈਂ ਬਾਬੇ ਫਰੀਦ ਦਾ ਵੇਖਦਾ। ਬਾਬੇ ਫਰੀਦ ਸ਼ਾਇਦ ਮੇਰੀ ਰੂਹ ਦਾ ਹੀ ਨੀਂਹ ਪੱਥਰ ਹੋਣਾ। 7ਵੀਂ ਸਦੀ ਦੇ ਵਿੱਚ ਰੁੱਤ ਫਿਰੀ ਵਣ ਕੰਬਿਆ, ਪੱਤ ਚੜੇ ਚੜ ਪਾਏ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਂ ਨਾ ਵਰਗਾ ਇੱਕ ਉੱਚ ਦਰਜੇ ਦਾ ਕਲਾਮ ਪੇਸ਼ ਕਰ ਸਕਦਾ। ਮੈਂ ਫਰੀਦਾ ਜਿੰਨੀ ਕੰਬੀ ਨਾਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈ ਦੇ ਦਰਬਾਰ, ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਏ ਭਰਾਂ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂ, ਕਾਲੇ ਮਹਿਡੇ ਕੱਪੜੇ ਕਾਲਾ ਮਹਿਡਾ ਵੇਸ, ਗੁਣ ਹੀ ਭਰਿਆ ਮੈਂ ਫਿਰ ਲੋਕ ਕਹਿਣ ਦਰਵੇਸ਼। ਇਸ ਤਰ੍ਹਾਂ ਦਾ ਇੱਕ ਬਹੁਤ ਉੱਚ ਸਤਰੀ ਅਸੀਂ ਕਲਾਮ ਵੇਖਦੇ ਹਾਂ। ਉਸ ਤੋਂ ਬਾਅਦ ਅਸੀਂ ਗੁਰੂ ਨਾਨਕ ਸਾਹਿਬ ਦੇ ਕਲਾਮ ਦੇ ਵਿੱਚ ਵੀ ਉਹੀਓ ਜ਼ਰਖੇਜ਼ੀ ਵੇਖਦੇ ਹਾਂ। ਉਸ ਤੋਂ ਬਾਅਦ ਮੇਰੇ ਹਿਸਾਬ ਸਿਰ ਸੁਲਤਾਨ ਬਾਹੂ ਮੈਨੂੰ ਸਭ ਤੋਂ ਹੀ ਪੰਜਾਬ ਦਾ ਇਹਨਾਂ ਸਾਰਿਆਂ ਤੋਂ ਬਾਅਦ ਇੱਕ ਸਭ ਤੋਂ ਦਿਲ ਟੁੰਬਵਾ ਸ਼ਾਇਰ ਮੈਨੂੰ ਪ੍ਰਤੀਤ ਹੁੰਦਾ। ਬੜੇ ਨਾਂ ਲਏ ਜਾ ਸਕਦੇ ਨੇ। ਆਪਣਾ ਗੁਰਦਾਸਪੁਰੀ ਸਾਹਿਬ ਔਰ ਹਰਿੰਦਰ ਸਿੰਘ ਮਹਿਬੂਬ, ਡਾਕਟਰ ਹਰਭਜਨ ਸਿੰਘ, ਇਸ ਤਰ੍ਹਾਂ ਦੇ ਬੜੀ ਉੱਚ ਸਤਰੀ ਕਵਿਤਾ ਪੰਜਾਬ ਨੇ ਪ੍ਰੋਡਿਊਸ ਕੀਤੀ ਹੈ। ਪਰ ਜਦੋਂ ਤੁਸੀਂ ਉਸ ਦਾ ਪਰਛਾਵਾਂ, ਉਹਦਾ ਕੋਈ ਅਕਸ ਪੰਜਾਬੀ ਪੌਪ ਮਿਊਜ਼ਿਕ 'ਚ ਦੇਖਣ ਦੀ ਕੋਸ਼ਿਸ਼ ਕਰਦੇ ਹੋ ਅਤੇ ਨਹੀਂ ਦਿਸਦਾ। ਉਸ ਦੇ ਵਿੱਚ ਲੈ ਦੇ ਕੇ ਮੈਂ ਫਿਰ ਆਵਾਂਗਾ, ਜਲੰਧਰ 'ਚ ਬੈਠਾ, ਨਾਰਾਜ਼ ਨਾ ਹੋਣ ਜਲੰਧਰੀ, ਪਰ ਉਹਦੇ ਵਿੱਚ ਇੱਕ ਜਲੰਧਰੀ ਆਕਾਸ਼ਵਾਣੀ ਇੱਕ ਉਸਦਾ ਪਰਛਾਵਾਂ ਦਿਸਦਾ। ਪਰ ਅੱਜ ਦੀ ਗਾਇਕੀ ਵੈਸੇ ਵੀ ਗਾਇਕੀ ਵੀ ਅਤੇ ਗੀਤਕਾਰੀ ਵੀ ਹੁੱਕ ਲਾਈਨ ਦੀ ਰਹਿ ਗਈ ਹੈ ਕਿ ਇੱਕ ਹੁੱਕ ਲਾਈਨ ਹੋਣੀ ਚਾਹੀਦੀ ਆ, ਉਹ ਕਲਿੱਕ ਕਰਨੀ ਚਾਹੀਦੀ ਆ, ਬਾਕੀ ਵਿੱਚ ਭਾਵੇਂ ਜੋ ਮਰਜ਼ੀ ਹੋਵੇ। ਅੱਛਾ, ਲੈਨਿਨ ਦੀਆਂ ਮੈਂ 17 ਪੜ੍ਹਦਾ ਪਿਆ ਸੀ, ਉਹ ਲੈਨਿਨ ਲਿਖਦਾ ਆ ਕਿ ਜੇ ਤੁਸੀਂ ਆਪਣੇ ਨੌਜਵਾਨਾਂ ਦੇ ਬੁੱਲ੍ਹਾਂ ਦੇ ਉੱਤੇ ਖੇਡ ਦੇ ਗੀਤ ਮੈਨੂੰ ਸੁਣਾ ਦਿਓ ਤਾਂ ਮੈਂ ਦੱਸ ਦੇਵਾਂਗਾ ਕਿ ਉਹਨਾਂ ਦਾ ਭਵਿੱਖ ਕੀ ਹੈ। ਅੱਜ ਦੀ ਜਵਾਨੀ ਦੇ ਬੁੱਲ੍ਹਾਂ 'ਤੇ ਜਿਹੜੇ ਗੀਤ ਦੌੜਦੇ ਪਿਆ, ਪੰਜਾਬ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆਉਂਦਾ? ਦੋਵੇਂ ਗੱਲਾਂ ਨੇ ਕਿ ਜਿਹੜਾ ਇਹਨਾਂ ਫਾਰਮ ਬਿਲਸ ਤੋਂ ਪਹਿਲਾਂ ਵਾਲਾ ਜਿਹੜਾ ਸੰਗੀਤ ਹੈ ਔਰ ਉਸ ਤੋਂ ਬਾਅਦ ਵਾਲਾ ਸੰਗੀਤ ਹੈ, ਮੈਂ ਇਹਨਾਂ ਦੋਵਾਂ ਨੂੰ ਵੱਖਰਾ ਕਰਕੇ ਵੇਖਣਾ ਚਾਹਾਂਗਾ। ਮੇਰੇ ਖਿਆਲ ਨਾਲ ਜਿਹੜਾ ਫਾਰਮ ਬਿਲਸ ਵਾਲੀ ਜਿਹੜਾ ਲਹਿਰ ਹੈ, ਇਹਤਜਾਜ ਹੈ, ਇਸ ਦੇ ਨਾਲ ਲੋਕਾਂ ਦੇ ਵਿੱਚ ਇੱਕ ਜਜ਼ਬਾ ਪੈਦਾ ਹੋਇਆ। ਕਿਤੇ ਨਾ ਕਿਤੇ ਪੰਜਾਬੀਅਤ ਨੇ ਫਿਰ ਇੱਕ ਇਹਦਾ ਸਮੁੰਦ ਵਿਰੋਲਿਆ ਗਿਆ, ਮੈਨੂੰ ਲੱਗਦਾ ਕੋਈ। ਅਤੇ ਇਸ ਦੇ ਵਿੱਚ ਇੱਕ ਨਵੀਂ ਕੋਈ ਗੱਲ ਪੈਦਾ ਹੋਣ ਦੀ ਉਮੀਦ ਹੈ। ਜਿਸ ਤਰ੍ਹਾਂ ਅਸੀਂ ਆਹ ਮੁੱਦਾ ਹੱਲ ਕਰਾਇਆ ਅਤੇ ਇੰਸ਼ਾਅੱਲਾ ਅਸੀਂ ਜਿਹੜੇ ਹੋਰ ਮੁੱਦੇ ਸਾਡੇ ਦਰਪੇਸ਼ ਹੈ, ਅਸੀਂ ਇਹਨਾਂ ਵੱਲ ਵੀ ਪਹਿਲ ਕਦਮੀ ਕਰੀਏ। ਵਾਤਾਵਰਣ ਦਾ ਮੁੱਦਾ ਹੈ, ਇੱਕ ਸਮਾਜਿਕ ਨਿਆਂ ਦਾ ਮੁੱਦਾ ਹੈ। ਇਸ ਤਰ੍ਹਾਂ ਦੇ ਬੜੇ ਮੁੱਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਹੱਲ ਕਰਨ ਦੇ ਵਿੱਚ ਸੰਗੀਤ ਇੱਕ ਅਹਿਮ ਕਿਰਦਾਰ ਨਿਭਾ ਸਕਦਾ। ਮੈਨੂੰ ਮੈਂ ਇਸ ਤੋਂ ਪਹਿਲੇ ਵਾਲੇ ਮਿਊਜ਼ਿਕ ਨੂੰ ਵੇਖ ਕੇ ਮੇਰੇ ਦਿਲ ਨੂੰ ਤਕਲੀਫ ਹੁੰਦੀ ਸੀ, ਪਰ ਜਿਹੋ ਜਿਹਾ ਕਿਰਦਾਰ ਕੰਵਰ ਗਰੇਵਾਲ, ਹਰਫ ਚੀਮਾ ਔਰ ਹੋਰ ਬੜੇ ਸਾਰੇ ਗਾਇਕਾਂ ਨੇ ਇਸ ਦੇ ਵਿੱਚ ਨਿਭਾਇਆ, ਉਸ ਤੋਂ ਵੇਖ ਕੇ ਥੋੜ੍ਹੀ ਜਿਹੀ ਦਿਲ ਨੂੰ ਤਸੱਲੀ ਮਿਲਦੀ ਹੈ, ਥੋੜ੍ਹਾ ਜਿਹਾ ਯਕੀਨ ਬਣਦਾ ਕਿ ਕਿਤੇ ਨਾ ਕਿਤੇ ਪੰਜਾਬ ਦੀ ਰੂਹ ਸਲਵੱਟੇ ਲੈ ਰਹੀ ਹੈ। ਕੋਈ ਨਾ ਕੋਈ ਨਵੀਂ ਗੱਲ, ਕੋਈ ਨਾ ਕੋਈ ਇੱਕ ਹੋਰ ਨਵੀਂ ਕੋਈ ਰੌਸ਼ਨੀ ਨੁਮਾਇਆ ਹੋਵੇਗੀ। ਸ਼ਾਇਦ ਇਹੀ ਕਾਰਨ ਹੈ ਕਿ ਰੱਬੀ ਸ਼ੇਰਗਿੱਲ ਜਦੋਂ ਜੁਗਨੀ ਗਾਉਂਦੇ ਆ ਅਤੇ ਪਹਿਲੇ ਕਲਾਕਾਰਾਂ ਦੇ ਵੱਲੋਂ ਜੁਗਨੀ ਨੂੰ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ। ਜੁਗਨੀ ਦੀ ਚਰਚਾ ਉਹਦੇ ਸੁਹੱਪਣ, ਉਹਦੇ ਕੰਮਾਂ ਦਾ ਕਰਕੇ ਕੀਤੀ ਜਾਂਦੀ ਹੈ। ਅਤੇ ਜਦੋਂ ਰੱਬੀ ਸ਼ੇਰਗਿੱਲ ਜੁਗਨੀ ਦੀ ਗੱਲ ਕਰਦਾ ਅਤੇ ਉਹ ਜੁਗਨੀ ਪੰਜਾਬ ਦੀਆਂ ਮੌਜੂਦਾ ਸਥਿਤੀਆਂ ਦੀ ਦੱਸ ਪਾਉਂਦੀ ਨਜ਼ਰ ਆਉਂਦੀ ਹੈ। ਉਹ ਪੰਜਾਬੀਆਂ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕਰਦੀ ਨਜ਼ਰ ਆਉਂਦੀ ਹੈ। ਉਹ ਜੁਗਨੀ ਪੰਜਾਬ ਦੇ ਇਸ ਵੇਲੇ ਦੀ ਹਕੀਕਤ ਕੀ ਹੈ, ਉਹਦੀ ਬਾਤ ਪਾਉਂਦੀ ਨਜ਼ਰ ਆਉਂਦੀ ਹੈ। ਆਪਣਾ ਵਣਜਾਰਾ ਸਿੰਘ ਬੇਦੀ ਕਰਕੇ ਇੱਕ ਬੜੇ ਵੱਡੇ ਅਕੈਡਮਿਸ਼ਨ ਹੋਏ ਨੇ, ਜਿਨ੍ਹਾਂ ਨੇ ਪੰਜਾਬੀ ਵਿਸ਼ਵਕੋਸ਼, ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਰਚਿਆ।
ਔਰ ਉਸ ਦੇ ਵਿੱਚ ਜਦੋਂ ਤੁਸੀਂ ਜੁਗਨੀ ਦੀ ਵਿਆਖਿਆ ਪੜ੍ਹਦੇ ਜੇ ਤੇ ਉਹ ਜੁਗਨੀ ਨੂੰ ਉਹਦੇ ਵਿੱਚ ਇੱਕ ਛੋਟੀ ਜਿਹੀ ਜੁਗਨੀ ਦੀ ਰੂਪਕ ਮਿਸਾਲ ਦਿੱਤੀ ਗਈ ਹੈ। ਉਹ ਜੁਗਨੀ ਜਾਵੜੀ ਕਲਕੱਤੇ ਜਿੱਥੇ ਇੱਕੋ ਹੀ ਰੋਟੀ ਪੱਕੇ ਜਣਾ ਖਾਏ ਜਨਾਨੀ ਤੱਕੇ। ਹੁਣ ਇਸ ਦੇ ਵਿੱਚ ਜਿੰਨੀ ਕਿਫਾਇਤ ਦੇ ਨਾਲ ਇੱਕ ਮਾਹੌਲ ਸਿਰਜਤਾ ਗਿਆ, ਇੱਕ ਥਾਂ ਦੀ ਤਸਵੀਰ ਰੇਖਾਂਕਿਤ ਕਰਤੀ ਗਈ ਹੈ, ਉਸ ਨੂੰ ਮੈਂ ਇੱਕ ਪੰਜਾਬੀ ਸੁਭਾਅ ਦਾ ਇੱਕ ਅੰਗ ਸਮਝਦਾ, ਇੱਕ ਪਹਿਲੂ ਸਮਝਦਾ। ਗੱਲ ਉਹੀ ਹੈ ਕਿ ਆਪਾਂ ਨਜ਼ਰ ਜਿਹੜੀ ਹੈ ਉਹ 1960 ਤੱਕ ਰੱਖ ਲਈ ਹੈ ਜਾਂ 1970 ਤੱਕ ਰੱਖ ਲਈ ਹੈ। ਆਪਾਂ ਇਸ ਤੋਂ ਪਿੱਛੇ ਨਜ਼ਰ ਨਹੀਂ ਮਾਰਦੇ। ਇਸ ਤੋਂ ਪਿੱਛੇ ਜਿਹੜਾ ਪੰਜਾਬੀ ਲੋਕ ਗੀਤ ਹੈ, ਪੰਜਾਬੀ ਲੋਕ ਧਾਰਾ ਹੈ, ਉਸ ਦੇ ਵਿੱਚ ਪੰਜਾਬ ਦੀ ਬਾਤ ਪੈਂਦੀ ਤੁਸੀਂ ਸੁਣ ਸਕਦੇ ਜੇ। ਤੁਸੀਂ ਜਿਹੜਾ ਛੱਲਾ ਹੈ ਤੁਸੀਂ ਉਸ ਦੇ ਵਿੱਚ ਸੁਣ ਸਕਦੇ ਜੇ ਤੁਸੀਂ। ਪਰ ਜਿਵੇਂ ਜਿਵੇਂ ਸਾਡੇ ਕੋਲ ਮਾਸ ਮੀਡੀਆ ਆਇਆ, ਜਿਸ ਤਰ੍ਹਾਂ ਅਸੀਂ ਮਾਸ ਮੀਡੀਆ ਨੇ ਸਾਡਾ ਮਜ਼ਮੂਨ ਉਹਨੂੰ ਘੱਟ ਕੀਤਾ, ਉਹਨੂੰ ਕਮਤਰ ਕੀਤਾ, ਉਹਦੇ ਨਾਲ ਉਹ ਮਜ਼ਮੂਨ ਸੁੰਗੜਿਆ, ਉਸ ਦੇ ਨਾਲ ਉਹਦਾ ਪਸਾਰਾ ਨਹੀਂ ਹੋਇਆ, ਉਹਦਾ ਪ੍ਰਚਾਰ ਨਹੀਂ ਹੋਇਆ, ਵਧਿਆ ਨਹੀਂ ਹੈ। ਸੋ ਆਹ ਗੱਲਾਂ ਕੁਝ ਸਮਝਣ ਵਾਲੀਆਂ ਨੇ। ਔਰ ਮੇਰੇ ਖਿਆਲ ਨਾਲ ਮੈਨੂੰ ਉਮੀਦ ਹੈ ਕਿ ਹੁਣ ਇੱਕ ਪੰਜਾਬ ਦੇ ਵਿੱਚ ਇੱਕ ਨਵੀਂ ਜ਼ਮੀਨ ਤਿਆਰ ਹੋਈ ਹੈ, ਜਿਸ ਦੇ ਵਿੱਚ ਲੋਕ ਨਵਾਂ ਸੰਗੀਤ ਸੁਣਨ ਵਾਸਤੇ ਤਿਆਰ ਨੇ। ਪੰਜਾਬੀ ਸੰਗੀਤ ਜਿਹੜਾ ਲੈ ਦੇ ਕੇ VS ਨਾਇਪਾਲ ਜਿਹੜੇ ਲੇਖਕ ਨੇ ਉਹ ਕਹਿੰਦੇ ਨੇ ਹਿੰਦੁਸਤਾਨ ਲੈ ਦੇ ਕੇ ਹਿੰਦੁਸਤਾਨ ਹੀ ਘਟਦਾ ਦੁਬਾਰਾ। ਹੰਪੀ ਵੀ ਉਸ ਆਪਣਾ ਪੁਰਾਣਾ ਜਿਹੜਾ ਸਭ ਤੋਂ ਪੁਰਾਣਾ ਉਹ ਸਾਊਥ ਇੰਡੀਆ ਦਾ ਕੋਈ ਮੋਨੂਮੈਂਟ ਹੈ, ਉਹ ਕਹਿੰਦੇ ਨੇ ਹੰਪੀ ਵੀ ਇਸ ਤੋਂ ਪਹਿਲੇ ਵਾਲੇ ਕਿਸੇ ਮੋਨੂਮੈਂਟ ਦੀ ਨਕਲ ਕਰ ਰਿਹਾ। ਆਪਾਂ ਆਪਣੀ ਨਕਲ ਹੀ ਕਰਦੇ ਜਾ ਰਹੇ ਹਾਂ। ਮੇਰੇ ਖਿਆਲ ਨਾਲ ਪੰਜਾਬ ਸ਼ਾਇਦ ਹੁਣ ਕਿਉਂਕਿ ਇੱਥੋਂ ਹਿਜਰਤ ਇੰਨੀ ਹੋ ਗਈ, ਇੰਨਾ ਐਕਸਪੋਜਰ ਹੋ ਗਿਆ ਦੂਜੇ ਕਲਚਰਸ ਨੂੰ, ਆਪਾਂ ਇੰਨੀ ਤਰਕਵਤ ਨਹੀਂ ਝੱਲੀ ਹੈ ਇਸ ਮੁਲਕ ਨੇ, ਔਰ ਅਜੇ ਵੀ ਆਪਾਂ ਜਾ ਰਹੇ ਹਾਂ। ਇਹਦਾ ਇੱਕ ਚੰਗਾ ਐਲੀਮੈਂਟ ਹੈ ਵੇ ਕਿ ਇਸ ਦੇ ਕਰਕੇ ਸਾਡੀ ਰੂਹ ਹੋਰ ਜ਼ਰਖੇਜ਼ ਹੋ ਰਹੀ ਹੈ, ਨਵੇਂ ਆਈਡੀਆਜ਼ ਆ ਰਹੇ ਨੇ, ਨਵੇਂ ਬੀਅ ਪੈ ਰਹੇ ਨੇ, ਕੱਲ੍ਹ ਨੂੰ ਪੁੰਗਰਨ ਕੇ ਕੋਈ ਨਾ ਕੋਈ ਫਲ ਲੱਗੂਗਾ। ਸੋ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਇੱਕ ਵੱਡਾ ਤਜਰਬਾ ਪੰਜਾਬ ਦੀ ਰੂਹ ਦਾ, ਪੰਜਾਬ ਦੇ ਬੋਧ ਦਾ ਹੋਇਆ ਪਿਛਲੇ 20-30 ਸਾਲਾਂ ਦੇ ਵਿੱਚ, 2-3 ਤਿਹਾਈਆਂ ਵਿੱਚ, ਸੋ ਉਸ ਦੇ ਨਾਲ ਇੱਕ ਨਵਾਂ ਸੰਗੀਤ ਜ਼ਰੂਰ ਪੈਦਾ ਹੋਵੇਗਾ, ਇੱਕ ਨਵਾਂ ਵਿਚਾਰਵਾਨ, ਸੂਝਵਾਨ। ਕਿਉਂਕਿ ਜਿਹੜਾ ਦੂਸਰਾ ਮਿਊਜ਼ਿਕ ਹੈ ਇਸ ਦੇ ਵਿੱਚ ਕੋਈ ਉਮੀਦ ਨਹੀਂ ਹੈ, ਇਸ ਦੇ ਵਿੱਚ ਪੈਸਾ ਬਹੁਤ ਹੈ, ਪਰ ਇਸ ਦੇ ਵਿੱਚ ਹਰ ਆਰਟਿਸਟ ਨੂੰ ਸਟੂਡੀਓ 1 ਤੋਂ ਪਹਿਲਾਂ ਮੇਰੇ ਖਿਆਲ ਨਾਲ ਇੱਕ ਵਿਚਾਰ ਜ਼ਰੂਰ ਕਰਨਾ ਚਾਹੀਦਾ ਕਿ ਮੈਂ ਜਿਸ ਹਾਲਤ ਦੇ ਵਿੱਚ ਸੱਭਿਆਚਾਰ ਮੈਨੂੰ ਮਿਲਿਆ, ਮੈਂ ਇਹਨੂੰ ਚੰਗਾ ਕਰਕੇ ਦੇ ਰਿਹਾ ਵਾਪਸ, ਜਾਂ ਮੈਂ ਇਹਦੇ ਨਿਗਾਰ ਦੇ ਵਿੱਚ ਸਹਾਈ ਬਣ ਰਿਹਾ। ਪਰ ਕਲਾਕਾਰ ਤਾਂ ਇਹ ਦੇਖਦਾ ਨਾ ਕਿ ਪਿਛਲੀ ਵਾਰੀ ਐਲਬਮ ਮੇਰੀ ਕਿੰਨੀ ਕਮਾਈ ਕਰਕੇ ਗਈ ਹੈ ਅਤੇ ਇਸ ਵਾਰ ਜਿਹੜੀ ਮੇਰੀ ਅਗਲੀ ਐਲਬਮ ਹੋਏਗੀ ਉਹ ਕਿੰਨੀ ਕੁ ਕਮਾਈ ਕਰੇਗੀ। ਮੈਂ ਚਾਹੁੰਦਾ ਜੇ ਸੰਭਵ ਆ ਤਾਂ ਜੁਗਨੀ ਦੀਆਂ ਕੁਝ ਸਤਰਾਂ ਜਿਹੜੀਆਂ ਉਹ ਜ਼ਰੂਰ ਗੁਣਗੁਣਾ ਕੇ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਦਿਓ। ਜੁਗਨੀ ਵੇਖਣ ਚੱਲੀ ਤੇਸ ਜਿੱਥੇ ਜੰਮੇ ਸੀ ਕਦੇ ਵੇਦ, ਜਿੱਥੋਂ ਕੱਢਿਆ ਸੀ ਅੰਗਰੇਜ਼, ਕੀ ਬਣਿਆ ਉਸ ਦਾ ਹਾਲ, ਕਿਹੜੇ ਕੀਤੇ ਉਸ ਕਮਾਲ, ਵੀਰ ਮੇਰੇ ਆਵੇ ਜੁਗਨੀ, ਵੀਰ ਮੇਰੇ ਆਵੇ ਜੁਗਨੀ, ਕਹਿੰਦੀ ਆ ਇੱਕ ਰਾਹ ਨਵੇਂ ਅੱਜ ਪੈਂਦੀ ਆ, ਜੁਗਨੀ ਵੇਖਣ ਚੱਲੀ ਤੇਸ। ਬਹੁਤ ਖੂਬ। ਅੱਛਾ, ਕੁਝ ਸ਼ਬਦ ਨਾ ਬੜੇ ਮਾਇਨੇ ਖੇਜ਼ ਹੈ ਅਤੇ ਤੁਹਾਡੇ ਨਾਲ ਜੁੜ ਜਾਂਦੇ ਆ, ਜਾਂ ਤੁਸੀਂ ਜਾਣ ਬੁੱਝ ਕੇ ਉਹ ਜੋੜੇ ਆ। ਗੁਰਪ੍ਰੀਤ ਸਿੰਘ ਤੋਂ ਤੁਸੀਂ ਰੱਬੀ ਹੋ ਜਾਂਦੇ ਹੋ, ਪਹਿਲਾ ਜਿਹੜਾ ਬੈਂਡ ਬਣਦਾ ਉਹ ਕਾਫਰ ਹੁੰਦਾ ਆ, ਫਿਰ ਬੁੱਲਾ ਤੁਹਾਡਾ ਚਰਚਿਤ ਹੁੰਦਾ ਆ ਅਤੇ ਉਹ ਕਹਿ ਸਕਦੇ ਕਿ ਹਰ ਕਿਸੇ ਦੇ ਦਿਲ ਦੇ ਵਿੱਚ ਘਰ ਕਰਦਾ। ਇਹ ਸੋਚ ਵਿਚਾਰ ਕਰਕੇ ਕੁਝ ਚੀਜ਼ਾਂ ਕੀਤੀਆਂ ਗਈਆਂ, ਜਾਣ ਬੁੱਝ ਕੇ ਕੀਤੀਆਂ ਗਈਆਂ ਚੀਜ਼ਾਂ, ਜਾਂ ਸਹਿਜ ਸੁਭਾਅ ਚੀਜ਼ਾਂ ਨਾਲ ਜੁੜਦੀਆਂ ਰਹੀਆਂ? ਮੈਂ ਜਿਹੜਾ ਪੰਜਾਬੀ ਸੱਭਿਆਚਾਰ ਤੋਂ ਸਿੱਖਿਆ ਇੱਕ ਗੱਲ, ਇਸ ਦੇ ਵਿੱਚ ਇੱਕ ਬਗਾਵਤ ਦਾ ਇੱਕ ਕਰੰਟ ਹੈ, ਉਹ ਲਗਾਤਾਰ ਹੈ। ਔਰ ਆਪਾਂ ਜਿਹੜੇ ਆ ਸਿੱਖ ਰਾਜ ਤੋਂ ਦੇਖ ਲਈ ਜਾਂ ਉਸ ਤੋਂ ਪਹਿਲਾਂ ਦੇਖ ਲਈਏ, ਮੈਂ ਜ਼ਮੀਂਦਾਰ ਪਰਿਵਾਰ 'ਚੋਂ ਹਾਂ, ਮੇਰੇ
ਪੁਰਾਣੇ ਕਦੇ ਮੈਂ ਜਾਣਾ ਤੇ ਕੋਈ ਆਪਣੀਆਂ ਚੋਰੀ ਕਰਨ ਦੀਆਂ ਵੀ ਗੱਲਾਂ ਸੁਣਾ ਦਿਆ ਕਰਦੇ ਸੀ ਕਿ ਅਸੀਂ ਸ਼ਤੀਰੀਆਂ ਬਾਲੇ ਨਾਲ ਦੇ ਪਿੰਡੋਂ ਚੋਰੀ ਕਰਕੇ ਲਿਆ। ਇੱਕ ਕਿਸਮ ਦੀ ਬਗਾਵਤ ਦਾ ਕਰੰਟ ਸਾਡੇ ਪੰਜਾਬੀਆਂ ਦੇ ਵਿੱਚ ਹੈ ਵੇ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਬਹੁਤ ਹੀ ਉਹਨਾਂ ਨੂੰ ਸ਼ੌਕ ਸੀ ਧਾੜਾ ਮਾਰਨ ਦਾ। ਔਰ ਸੋ ਮੇਰਾ ਜਦੋਂ ਮੇਰੇ ਹੱਥ 'ਚ ਗਿਟਾਰ ਆਈ ਤਾਂ ਮੈਨੂੰ ਲੱਗਾ ਕਿ ਮੇਰਾ ਫਰਜ਼ ਹੈ ਨਾ, ਮੇਰਾ ਇਹ ਵੀ ਨਹੀਂ ਮੈਂ ਕਹਿ ਸਕਦਾ, ਪਰ ਮੇਰਾ ਜੀਅ ਕਰਦਾ ਸੀ ਬਗਾਵਤ ਕਰਨ ਦਾ, ਮੇਰਾ ਜੀਅ ਕਰਦਾ ਸੀ ਬਾਗੀ ਹੋਣ ਦਾ, ਆਕੀ ਹੋਣ ਦਾ। ਸੋ ਕਾਫਰ ਜਿਹੜਾ ਉਹ ਮੈਨੂੰ ਬੜਾ ਉਸ ਵੇਲੇ ਢੁਕਵਾਂ ਲੱਗਾ ਮੈਨੂੰ, ਕਿਉਂਕਿ ਸ਼ਿਵ ਬਟਾਲਵੀ ਨੂੰ ਮੈਂ ਸੁਣਿਆ ਸੀ ਕਿਤੇ ਉਹਨਾਂ ਦੇ ਕਲਾਮ 'ਚ ਆਉਂਦਾ ਮੈਨੂੰ ਕਾਫਰ ਆਕਸ ਦਿੰਦੇ ਨੇ ਜੀ। ਮੈਂ ਦਰਦ ਨੂੰ ਕਾਬਾ ਕਹਿ ਬੈਠਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਦਿਲ ਜਲਿਆਂ ਦਿਲਗੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰ ਦਾ, ਤੂੰ ਖੁਦ ਨੂੰ ਅਕਲ ਕਹਿਣਾ ਮੈਂ ਖੁਦ ਨੂੰ ਆਸ਼ਕ ਦੱਸਦਾ, ਲੋਕਾਂ ਉੱਤੇ ਛੱਡ ਦਈਏ ਕਿਹਨੂੰ ਮਾਣ ਨਹੀਂ ਦਿੰਦੇ ਪੀਰਾਂ ਦਾ। ਸੋ ਮੈਂ ਜਦੋਂ ਇਸ ਸਾਰੀ ਦੇ ਵਿੱਚ ਵੀ ਤੁਹਾਨੂੰ ਇੱਕ ਬਗਾਵਤ ਸੁਣਾਈ ਦੇ ਜਾਏਗੀ। ਸੋ ਮੇਰਾ ਜੀਅ ਕਰਦਾ ਸੀ ਬਗਾਵਤ ਕਰਨ ਦਾ, ਔਰ ਥੋੜ੍ਹੀ ਬਹੁਤ ਕੀਤੀ ਵੀ ਘਰਦਿਆਂ ਨਾਲ, ਸਮਾਜ ਨਾਲ। ਮੇਰੇ ਜਿਹੜੇ 20s ਸੀਗੇ ਉਹਨਾਂ ਦੇ ਵਿੱਚ ਮੈਂ ਥੋੜ੍ਹੀ ਨਹੀਂ ਕਾਫੀ ਕੀਤੀ ਮੇਰੇ ਪਿਤਾ ਜੀ ਹੁੰਦੇ ਦੱਸ ਸਕਦੇ ਸੀ ਜ਼ਿਆਦਾ। ਸੋ ਔਰ ਦੂਸਰਾ ਮੈਨੂੰ ਜਿਹੜਾ ਸਾਡਾ ਤੁਸੀਂ ਗੁਰੂ ਨਾਨਕ ਨੂੰ ਵੀ ਜੇ ਦੇਖੋ ਤਾਂ ਗੁਰੂ ਨਾਨਕ ਵੀ ਲਹਿ ਦੇ ਕੇ ਜਿਹੜੀ ਆਪਣੇ ਵੇਲੇ ਦੀ ਜਿਹੜਾ ਸ਼੍ਰੇਣੀਗਤ ਸਮਾਜ ਹੈ ਉਸ ਨੂੰ ਕਿਤੇ ਨਾ ਕਿਤੇ ਤੋੜਦੇ ਨੇ, ਢਾਹ ਲਾਉਂਦੇ ਨੇ, ਜਨੇਊ ਪਾਉਣ ਆਉਂਦੇ ਨੇ, ਮੈਂ ਨਹੀਂ ਪਾਉਂਦਾ। ਸੋ ਇਹ ਸਾਡੀਆਂ ਕੋਈ ਤੁਸੀਂ ਕਹਿ ਲਓ ਇਹ ਪੈੜਾਂ ਹੀ ਨੇ। ਹੁਣ ਇਹ ਤੁਹਾਡਾ ਬਾਗੀਪਾਨੀ ਹੈ ਕਿ ਰੱਬੀ ਸ਼ੇਰਗਿੱਲ ਦਾ ਬਾਲੀਵੁੱਡੀਕਰਨ ਜਿਹੜਾ ਉਹ ਨਹੀਂ ਹੋਇਆ? ਵਰਨਾ ਇੱਕ ਕੋਈ ਗੀਤ ਗਾਇਆ ਹੁੰਦਾ ਉੱਥੇ ਤੇ ਉਹਦਾ ਰੰਗ ਢੰਗ ਹੀ ਬਦਲ ਜਾਂਦਾ, ਪਰ ਰੱਬੀ ਸ਼ੇਰਗਿੱਲ ਨੇ ਨਾ ਉਸ ਤਰੀਕੇ ਨਾਲ ਉੱਥੇ ਜਾ ਕੇ ਪੱਕੀ ਠਾਰ ਬਣਾਈ ਬੰਬੇ ਦੇ ਵਿੱਚ ਕਿ ਉੱਥੇ ਹੀ ਅਟਕ ਗਿਆ, ਕੋਈ ਗੱਲ ਨਹੀਂ ਮੌਕੇ ਮਿਲਦੇ ਰਹਿਣਗੇ, ਨਾ ਉੱਦਾਂ ਦਾ ਰੰਗ ਭੇਸ ਜਿਹੜਾ ਉੱਤੇ ਚੜ੍ਹਿਆ ਨਜ਼ਰ ਆਉਂਦਾ। ਮੈਂ ਤੁਹਾਨੂੰ ਦੱਸਦਾ 2006 ਦੇ ਵਿੱਚ ਮੇਰੀ ਫਿਲਮ ਆਈ ਸੀ ਦਿੱਲੀ ਹਾਈਟਸ, ਜਿਸ ਦਾ ਪੂਰਾ ਗਾਣਾ ਪੂਰਾ ਸੰਗੀਤ ਮੈਂ ਦਿੱਤਾ ਸੀ। ਉਸ ਸਾਲ ਜੇ ਕਿਸੇ ਨੂੰ ਸਭ ਤੋਂ ਜ਼ਿਆਦਾ ਪੈਸੇ ਮਿਲੇ ਸੀ ਕੋਈ ਫਿਲਮ ਕਰਨ ਦੇ ਤੇ ਉਹ ਮਿਲੇ ਸੀ ਰਹਿਮਾਨ ਨੂੰ, ਅਤੇ ਉਸ ਤੋਂ ਬਾਅਦ ਜੇ ਕਿਸੇ ਨੂੰ ਮਿਲੇ ਸੀ ਉਹ ਮੈਨੂੰ ਮਿਲੇ ਸੀ। 2006 ਦੀ ਗੱਲ ਦੱਸ ਰਿਹਾ। ਪਰ ਮੈਨੂੰ ਤੁਸੀਂ ਕਹਿ ਲਓ ਮੈਨੂੰ ਅਸੀਂ ਭਾਜੀ ਇਹੋ ਜਿਹੇ ਬੰਦੇ ਹਾਂ। ਮੇਰਾ ਚਾਚਾ ਜਿਹੜਾ ਕਹਿੰਦਾ ਸੀ ਉਹ ਕਹਿੰਦਾ ਪੁੱਤਰਾ ਪੈਸੇ ਤਾਂ ਹੁਣ ਮੈਂ ਕਿਸੇ ਜਾਤੀ ਸੂਚਕ ਗੱਲ ਨਹੀਂ ਕਰ ਰਿਹਾ, ਕਹਿੰਦੇ ਪੁੱਤਰ ਪੈਸੇ ਤਾਂ ਕੰਜਰਾਂ ਕੋਲ ਹੀ ਬਹੁਤ ਹੁੰਦੇ ਆ। ਠੀਕ ਆ। ਸੋ ਗੁਰੂ ਦੀ ਕਿਰਪਾ ਰਹੀ, ਕਦੇ ਮੋਹ ਨਹੀਂ ਹੋਇਆ ਕੋਈ ਬਹੁਤਾ ਪੈਸੇ ਨਾਲ। ਬਾਕੀ ਜਿੰਨਾ ਕੁ ਬਖਸ਼ਿਆ ਉਹਨਾਂ ਬਹੁਤ ਹੈ। ਰੱਬ ਨੂੰ ਆਖੀ ਦਾ ਲੋੜ ਥੋੜ੍ਹ ਰੱਖੇ, ਕੋਈ ਰੱਬ ਨਾਲ ਜੁੜੇ ਰਹੀਏ ਕਿਤੇ ਜਾ ਕੇ, ਨਹੀਂ ਤਾਂ ਮੰਗਣ ਦਾ ਕੋਈ ਨਾ ਕੋਈ ਵਸੀਲਾ ਤਾਂ ਚਾਹੀਦਾ ਨਾ। ਸੋ ਮੈਨੂੰ ਤੁਸੀਂ ਕਹਿ ਲਓ ਪਰ ਮੈਨੂੰ ਇਉਂ ਲੱਗਦਾ ਕਿ ਇਸ ਦੇ ਵਿੱਚ ਵੀ ਮੈਂ ਪੰਜਾਬ ਵੇਖਦਾ। ਪੰਜਾਬ ਜਿਹੜਾ ਉਹਦੇ ਵਿੱਚ ਬਹੁਤੀ ਭੁੱਖ ਹਿਰਸ ਹੈ ਨਹੀਂ। ਆਪਾਂ ਜੇ ਕਿਤੇ ਰਾਜ ਵੀ ਕੀਤਾ ਕਿਸੇ ਦੇ ਉੱਤੇ ਜਾ ਕੇ, ਤੁਸੀਂ ਦੇਖ ਲਓ ਅਸੀਂ ਰਾਜ ਵੀ ਕੀਤਾ, ਕਿਤੇ ਜਾ ਕੇ ਉਸਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੋ ਜਿਹੀ ਕਵਾਇਦ ਅਸੀਂ ਇਸ ਵੇਲੇ ਵੇਖਣ ਡਏ ਹਾਂ, ਅਸੀਂ ਥੋੜ੍ਹੀ ਜਿੱਤ ਪ੍ਰਾਪਤ ਕਰਕੇ ਝੰਡਾ ਗੱਡ ਕੇ ਅਸੀਂ ਇਹਦੇ ਨਾਲ ਹੀ ਖੁਸ਼ ਹਾਂ। ਸਾਡਾ ਫਲਸਫਾ ਵੀ ਕਹਿੰਦਾ ਨਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ, ਵੰਡ ਕੇ ਤ੍ਰਿਪਤ ਹੋ ਜਾਣਾ ਹੀ ਜਿਹੜਾ ਸਾਨੂੰ ਆਉਂਦਾ। ਗੱਲਾਂ ਤਾਂ ਇੰਨੀਆਂ ਮੈਨੂੰ ਪਤਾ ਕਿ ਤੁਹਾਡੇ ਪਟਾਰੇ ਵਿੱਚ ਹੈ ਕਿ ਮੇਰਾ ਆਪਣਾ ਮਨ ਕਰਦਾ ਕਿ ਗੱਲਾਂ ਕਰੀ ਜਾਈਏ, ਸੁਣੀ ਜਾਈਏ ਤੁਹਾਨੂੰ, ਪਰ ਸਮੇਂ ਦੀਆਂ ਵੀ ਕੁਝ ਬੰਦਿਸ਼ਾਂ ਹੁੰਦੀਆਂ। ਪਰ ਮੈਂ ਇੰਨਾ ਜ਼ਰੂਰ ਚਾਹੁੰਦਾ ਕਿ ਜਾਂਦੇ ਜਾਂਦੇ ਉਹ ਗੀਤ ਜਿਹੜੇ ਗੀਤ ਨੇ ਰੱਬੀ ਸ਼ੇਰਗਿੱਲ ਨੂੰ ਹਰ ਉਸ ਸੁਣਨ ਵਾਲੇ ਦੇ ਦਿਲ ਦੇ ਵਿੱਚ ਬਿਠਾ ਦਿੱਤਾ, ਪਛਾਣ ਬਣਾਤੀ ਹੈ, ਉਹ ਗੀਤ ਜ਼ਰੂਰ ਸੁਣਾਓ। ਹਾਂਜੀ ਜ਼ਰੂਰ। ਬੁੱਲਾ ਕੀ ਜਾਣਾ ਮੈਂ ਕੌਣ, ਬੁੱਲਾ ਕੀ ਜਾਣਾ ਮੈਂ ਕੌਣ, ਨਾਮ ਮੋਮਨ ਵਿੱਚ ਮਸੀਤਾਂ, ਨਾਮ ਵਿੱਚ ਕੁਫਰ ਦੀਆਂ ਰੀਤਾਂ, ਨਾਮ ਪਾਕਾਂ ਵਿੱਚ ਪਲੀਤਾਂ, ਨਾਮ ਅੰਦਰ ਬੈਦ ਕਿਤਾਬਾਂ, ਨਾਮ ਰਹਿੰਦਾ ਭੰਗ ਸ਼ਰਾਬਾਂ, ਨਾਮ ਰਹਿੰਦਾ ਮਸਤ ਖਰਾਬਾਂ, ਨਾਮ ਸ਼ਾਦੀ ਨਾ ਗਮ ਨਾ ਕੀ, ਨਾਮ ਵਿੱਚ ਪਲੀਤੀ ਪਾਕੀ,
ਨਾ ਮੈਂ ਬਿਨਾ ਮੈਂ ਖਾਕੀ ਨਾ ਮੈਂ ਆਤਸ਼ ਨਾ ਮੈਂ ਪੌਣ ਵੇ ਬੁੱਲਾ ਕੀ ਜਾਣਾ ਮੈਂ ਕੌਣ ਵੇ ਬੁੱਲਾ ਕੀ ਜਾਣਾ ਮੈਂ ਕੌਣ ਵੇ ਬੁੱਲਾ ਕੀ ਜਾਣਾ ਮੈਂ ਕੌਣ ਵੇ ਬੁੱਲਾ ਕੀ ਜਾਣਾ ਮੈਂ ਕੌਣ। ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਸ਼ਬਦ ਵੀ ਜਿਹੜੇ ਆ ਉਹ ਖਾਮੋਸ਼ ਹੋ ਜਾਂਦੇ ਕਿ ਮੈਂ ਕੁਝ ਬੋਲਾਂ ਵਿਸ਼ੇਸ਼ਣੀ ਸ਼ਬਦਾਂ ਦਾ ਇਸਤੇਮਾਲ ਕਰਾਂ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਥੈਂਕ ਯੂ। ਸੋ ਇਸ ਦੇ ਨਾਲ ਹੀ ਆਪਣੀ ਜਸਵੀਰ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ। ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।